ਆਪਾਂ ਬੜੇ ਦਿਨਾਂ ਤੋਂ ਇੱਥੇ ਵੱਖ-ਵੱਖ ਵਿਚਾਰਾਂ ਸੁਣ ਰਹੇ ਹਾਂ। ਜੇ ਕਿਸਾਨ ਆਰਡੀਨੈਂਸ ਦੀ ਗੱਲ ਕਰੀਏ, ਉਹ ਵੀ ਬਹੁਤ ਵਾਰ ਦੁਹਰਾਇਆ ਗਿਆ। ਹਰ ਮਸਲੇ 'ਤੇ ਇੱਥੇ ਗੱਲ ਹੋਈ। ਮੇਰਾ ਖਿਆਲ ਇੱਕੋ ਇੱਕ ਇਹੀ ਐਸਾ ਪਲੇਟਫਾਰਮ ਸੀ ਜਿੱਥੇ ਸਾਰੇ ਮਾਮਲਿਆਂ 'ਤੇ ਗੱਲ ਹੋਈ। ਪਰ ਹੁਣ ਬਿਲਕੁਲ ਜਦੋਂ ਸਿਰ ਤੋਂ ਪਾਣੀ ਲੰਘ ਗਿਆ, ਆਪਾਂ ਉਦੋਂ ਉੱਠੇ ਹਾਂ ਅਤੇ ਉੱਠਣ ਬਿਨਾਂ ਫਿਰ ਕੋਈ ਚਾਰਾ ਵੀ ਨਹੀਂ ਸੀ। ਕਹਿੰਦੇ ਆ ਨਾ ਵੀ ਬਾਹ ਪੈ ਗਿਆ ਡਾਢਿਆਂ ਦੇ ਨਾਲ। ਡਾਢਿਆਂ ਨੇ ਬਹੁਤ ਸਮਾਂ ਪਹਿਲਾਂ, ਸਾਨੂੰ ਕਈ ਵਾਰ ਲੱਗਦਾ ਇੱਥੋਂ ਕੁ ਗਲਤੀਆਂ ਹੋਈਆਂ, ਇੱਥੋਂ ਕਾਹ ਹੋਇਆ, ਇੱਥੋਂ ਕਾਹ ਹੋਇਆ। ਇੱਥੇ ਐਜੂਕੇਸ਼ਨ ਦੀ ਗੱਲ ਵੀ ਚੱਲੀ ਆ, ਨੌਜਵਾਨੀ ਦੀ ਵੀ ਚੱਲੀ ਆ, ਨਸ਼ਿਆਂ ਦੀ ਵੀ ਚੱਲੀ ਆ, ਸਾਰੀਆਂ ਗੱਲਾਂ ਚੱਲੀਆਂ। ਅੰਗਰੇਜ਼ਾਂ ਨੇ ਜਦੋਂ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਪੁਰਾਣਾ ਸੀ ਉਹਨੂੰ ਬਦਲਣ ਲਈ ਹਿੰਦੁਸਤਾਨ 'ਚ ਪਹਿਲੀ ਵਾਰ ਇੱਥੇ ਸਕੂਲ ਖੋਲ੍ਹਣ ਦਾ ਤਹੀਆ ਕੀਤਾ ਅਤੇ 13 ਸਾਲ ਉਹਨਾਂ ਦੀ ਉੱਥੇ ਪਾਰਲੀਮੈਂਟ ਦੇ ਵਿੱਚ ਇਸ ਗੱਲ 'ਤੇ ਕਸ਼ਮਕਸ਼ ਹੁੰਦੀ ਰਹੀ ਵੀ ਹਿੰਦੁਸਤਾਨ 'ਚ ਆਪਾਂ ਸਕੂਲ ਖੋਲ੍ਹਣੇ ਹੀ ਕਿਉਂ ਆ। ਬਿਲਡਿੰਗਾਂ ਬਣਾਉਣੀਆਂ ਪੈਣੀਆਂ, ਉੱਥੇ ਟੀਚਰਸ ਨੂੰ ਰੱਖਣਾ ਪੈਣਾ, ਸਾਡੇ ਖਰਚੇ ਹੋਣੇ, ਆਪਾਂ ਕਿਹੜਾ ਉੱਥੇ ਰਹਿਣ ਗਏ ਆ। ਉਹਨਾਂ ਨੇ ਸਾਨੂੰ ਕਦੇ ਨਾ ਕਦੇ ਉੱਥੋਂ ਕੱਢ ਦੇਣਾ। ਹਿੰਦੁਸਤਾਨ 'ਚ ਆਪਾਂ ਵਪਾਰ ਕਰਨ ਗਏ ਸੀਗੇ, ਬਾਈ ਚਾਂਸ ਦਾ ਲੱਗ ਗਿਆ, ਆਪਾਂ ਰਾਜ ਕਰਨ ਲੱਗ ਪਏ, ਕਿਸੇ ਦਿਨ ਵੀ ਛੱਡਣਾ ਪੈ ਜਾਣਾ। ਪਰ ਜਿਹੜੀ ਉੱਥੇ ਲਾਬੀ ਇਹ ਚਾਹੁੰਦੀ ਸੀ ਵੀ ਹਿੰਦੁਸਤਾਨ 'ਚ ਆਹ ਐਜੂਕੇਸ਼ਨ ਦਾ ਤਰੀਕਾ ਸ਼ੁਰੂ ਕੀਤਾ ਜਾਵੇ, ਉਹਨਾਂ ਨੇ ਆਪਣੀ ਗੱਲ ਜਿਹੜੀ ਦੱਸੀ, ਜਿਵੇਂ ਉਹਨਾਂ ਨੇ ਉਹਨਾਂ ਨੂੰ ਸਲਾਹ ਦੇ ਕੇ ਉਹ ਗੱਲ ਬਣਾਈ। ਉਹ ਕਹਿੰਦੇ ਵੀ ਆਪਾਂ ਨੂੰ ਪੱਕਾ ਪਤਾ ਵੀ ਅਸੀਂ ਹਿੰਦੁਸਤਾਨ 'ਚ ਕਦੇ ਨਾ ਕਦੇ ਜਾਣਾ ਆ, ਪਰ ਆਪਾਂ ਇੱਦਾਂ ਦਾ ਸਿਸਟਮ ਦੇ ਕੇ ਆਈਏ ਤਾਂ ਕਿ ਸਾਡੀ ਉੱਥੇ ਮੰਡੀ ਕ੍ਰੀਏਟ ਹੋ ਜਾਏ। ਹਿੰਦੁਸਤਾਨ ਸਾਨੂੰ ਮੰਡੀ ਦੇ ਤੌਰ 'ਤੇ ਸਾਡੀ ਪੈਦਾਵਾਰ ਦਿੰਦਾ ਰਹੇ ਅਤੇ ਸਾਡੇ ਸਿਸਟਮ ਦੇ ਵਿੱਚ ਉਹ ਸਾਰੀ ਮੰਡੀ ਉੱਦਾਂ ਹੀ ਬਣ ਗਈ ਹੋਈ ਆ। ਅਤੇ ਇਹ 'ਚ ਕਸੂਰ ਆਪਾਂ ਕਈ ਵਾਰ ਕਹਿੰਦੇ ਆ ਇਹਦਾ ਆ, ਸਾਡਾ ਇਕੱਲਿਆਂ ਦਾ ਨਹੀਂ ਗਾ, ਸਾਨੂੰ ਸਿਸਟਮ ਉੱਦਾਂ ਦਾ ਦਿੱਤਾ ਗਿਆ। ਨੌਜਵਾਨਾਂ ਦੀ ਜਦੋਂ ਗੱਲ ਕਰਦੇ ਹਾਂ, ਨੌਜਵਾਨ ਖਾੜਕੂਵਾਦ ਦੇ ਨਾਂ ਥੱਲੇ ਮਾਰੇ ਗਏ, ਉਹ ਤੋਂ ਬਾਅਦ ਨਸ਼ੇ ਧੱਕੇ ਗਏ। ਮੈਂ ਤੁਹਾਨੂੰ ਐਗਜ਼ਾਮਪਲਾਂ ਬੜੀਆਂ ਨੇ, ਇੱਕ ਆਪਣੀ ਦੱਸਦਾ ਮੈਂ। ਮੈਂ ਪਹਿਲਾਂ ਤੋਂ ਪੋਲੀਟੀਕਲ ਥੋੜ੍ਹੇ ਜਿਹੇ ਇੱਦਾਂ ਦੇ ਸਟਰਗਲ ਦੇ ਵਿੱਚ ਰਹਿੰਦਾ ਹੁੰਦਾ, ਅਤੇ ਕਿਸੇ ਕਾਰਨ ਮੈਂ ਬਠਿੰਡਾ ਜੇਲ੍ਹ 'ਚ ਸੀਗਾ। ਰਾਤ ਨੂੰ ਸਾਨੂੰ ਲੈ ਕੇ ਗਏ, ਸਵੇਰੇ ਜਦੋਂ ਅਸੀਂ ਉੱਠੇ ਬੰਦੀ ਖੁੱਲ੍ਹੀ ਅਤੇ ਬਿਲਕੁਲ ਸਾਡੀ ਬੈਰਕ ਦੇ ਸਾਹਮਣੇ ਇੱਕ ਨਿਹੰਗ ਸਿੰਘ ਡੰਡ ਬੈਠਕਾਂ ਕੱਢੇ। ਮੈਂ ਮਨ 'ਚ ਸੋਚਿਆ ਵੀ ਬੜਾ ਵਧੀਆ ਕੋਈ ਸਿੰਘ ਆ। ਅਤੇ ਉਹ ਜਦੋਂ ਸਾਨੂੰ ਮਿਲਿਆ, ਫਤਿਹ ਬੁਲਾ ਕੇ ਨਾਲ ਨਾਲ ਤੁਰ ਪਿਆ। ਕਹਿੰਦਾ ਸਿੰਘ ਸਾਹਿਬ ਕਿੰਨੇ ਸਿੰਘ ਹੋ? ਮੈਂ ਕਿਹਾ ਜੀ ਹੈਗੇ ਅਸੀਂ 19 ਸਿੰਘ। ਕਹਿੰਦਾ ਮੇਰੇ ਲਈ ਕੋਈ ਸੇਵਾ ਹੋਵੇ ਦੱਸਿਓ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਠੀਕ ਹੈ, ਚੜ੍ਹਦੀ ਕਲਾ। ਨਹੀਂ ਫੇਰ ਵੀ ਦੱਸਿਓ। ਮੈਂ ਕਿਹਾ ਜੀ ਠੀਕ ਆ, ਬਹੁਤ ਵਧੀਆ, ਹਾਲ ਦੀ ਘੜੀ ਤਾਂ ਕੋਈ ਲੋੜ ਨਹੀਂ, ਲੋੜ ਹੋਈ ਆਪਾਂ ਆਪਸ ਵਿੱਚ ਇਹ ਕਰਨੀ ਆ। ਉਹ ਕਹਿੰਦਾ ਜੀ ਕੋਈ ਨਸ਼ਾ ਪਾਣੀ ਚਾਹੀਦਾ ਹੋਇਆ ਫੇਰ ਵੀ ਦੱਸਿਓ, ਉਹ ਤੇਰਾ ਬੇੜਾ ਵਹਿ ਜੇ। ਮੈਂ ਕਿਹਾ ਯਾਰ ਤੂੰ ਸਾਡੀ ਸ਼ਕਲ ਦੇਖ, ਆਪਣੀ ਦੇਖ, ਤੂੰ ਕਰਨ ਕੀ ਲੱਗਾ ਆ। ਉਹ ਮੈਨੂੰ ਕਹਿੰਦਾ ਜੀ ਵੀ ਮੈਂ ਕਤਲ ਦੇ ਕੇਸ 'ਚ ਅੰਦਰ ਆ, ਮੈਂ 6000 ਰੁਪਈਆ ਆਪਣੇ ਘਰ ਭੇਜਦਾ, ਅਤੇ ਜੇ ਤੁਸੀਂ ਮੈਨੂੰ 6000 ਅਰੇਂਜ ਕਰ ਦਿਓ ਫਿਰ ਮੈਂ ਨਾ ਭੇਜੂੰਗਾ, ਤੁਸੀਂ ਉੱਥੇ ਦੇਈ ਜਾਓ, ਮੇਰੇ ਨਿਆਣੇ ਪਲੀ ਜਾਣਗੇ। ਹੁਣ ਮੈਂ ਨਿਆਣੇ ਤਾਂ ਪਾਲਣੇ ਹੀ ਆ। ਮੈਂ ਕਿਹਾ ਯਾਰ ਤੈਨੂੰ ਇੱਥੇ ਕੌਣ ਇਹ ਸਾਰਾ ਇੰਤਜ਼ਾਮ ਕਰਕੇ ਦਿੰਦਾ? ਅਤੇ ਹੁਣ ਤੁਸੀਂ ਹੈਰਾਨ ਹੋਵੋਗੇ, ਜੇਲ੍ਹ ਪ੍ਰਸ਼ਾਸਨ ਕਰਕੇ ਦਿੰਦਾ ਸੀਗਾ, ਜਿਨ੍ਹਾਂ ਨੂੰ ਅਸੀਂ ਵੱਡੇ ਵੱਡੇ ਅਫਸਰ, ਜੇਲ੍ਹ ਸੁਪਰਡੈਂਟ ਬਹੁਤ ਸਤਿਕਾਰਯੋਗ ਹੁੰਦੇ ਆ। ਆਹ ਹਾਲਤ ਆ ਸਾਡੇ। ਇੱਕ ਹੋਰ ਐਗਜ਼ਾਮਪਲ, ਮੇਰਾ ਬੇਟਾ ਮੇਰੇ ਨਾਲ ਆਇਆ। ਜਿੱਦਾਂ ਅਸੀਂ ਕਹਿ ਦਿੰਦੇ ਨਾ ਸਾਡੇ ਬੱਚੇ ਸਾਡੇ ਵਰਗੇ ਨਹੀਂ, ਡਾਕਟਰ ਸਾਹਿਬ ਵੀ ਕਹਿੰਦੇ ਸੀ ਮੇਰਾ ਬੇਟਾ ਕੈਨੇਡਾ ਆ, ਉਹ ਕਲੀਨ ਸ਼ੇਵ ਹੋ ਗਿਆ, ਮੈਂ ਸਰੂਪ 'ਚ ਆ। ਮੈਨੂੰ ਬੜਾ ਅਟਪਟਾ ਜਿਹਾ ਲੱਗਦਾ ਜਦੋਂ ਅਸੀਂ ਇੱਦਾਂ ਕਹਿੰਦੇ। ਮੇਰਾ ਬੇਟਾ ਮੇਰੇ ਨਾਲ ਆਇਆ, ਲਾ ਕਰਦਾ, ਵੱਡਾ ਬੇਟਾ M.Tech ਆ। ਉਹ ਮੈਨੂੰ ਦੱਸਣ ਲੱਗਾ, ਰਾਜ ਕਰਦਾ ਜਿਹੜਾ ਸਾਡੇ ਇਲਾਕੇ ਦਾ ਵਧੀਆ ਆਗੂ ਸੀਗਾ, ਉਹ ਮੈਨੂੰ ਕਹਿੰਦਾ ਡੈਡੀ ਅੱਜ ਮੈਨੂੰ ਨਾ ਉਹ ਹਨੀ ਮਿਲਿਆ। ਉਹ ਪਹਿਲਾਂ ਹਾਲ ਚਾਲ ਪੁੱਛਿਆ, ਫਿਰ ਮੈਨੂੰ ਕਹਿੰਦਾ ਕੋਈ ਲੋੜ ਹੋਈ ਤਾਂ ਦੱਸੀ। ਕਹਿੰਦਾ ਮੈਂ ਕਿਹਾ ਮੈਨੂੰ ਕਾਹਦੀ ਲੋੜ ਆ, ਦੱਸ ਕੀ ਗੱਲ? ਨਹੀਂ ਕਹਿੰਦਾ ਮੇਰੇ ਕੋਲ ਸਾਰਾ ਕੁਛ ਹੁੰਦਾ ਜੇ ਸਮੈਕ ਸਮੂਕ ਵੀ ਚਾਹੀਦੀ ਹੋਈ। ਮਤਲਬ ਸਾਨੂੰ ਪਰੋਸਿਆ ਕਿੱਦਾਂ ਜਾ ਰਿਹਾ। ਅਸੀਂ ਕਸੂਰ ਕੱਢ ਦਿੰਦੇ ਹਾਂ ਵੀ ਖੌਰੇ ਸਾਡੇ ਨਿਆਣੇ ਵਿਹਲੜ ਰਹੇ। ਬਿਲਕੁਲ ਕੋਈ ਵਿਹਲੜ ਨਹੀਂ ਗਾ, ਸਾਨੂੰ ਸਾਰੇ ਥਾਂ ਸਾਨੂੰ ਹੀ ਕਸੂਰਵਾਰ ਕੱਢਿਆ ਜਾਂਦਾ। ਸਾਨੂੰ ਪ੍ਰਚਾਰ ਕਰ ਦਿੰਦੇ ਆ ਜੀ ਜੱਟ ਤਾਂ ਵਿਹਲੇ ਹੋ ਗਏ, ਜੱਟਾਂ ਨੇ ਖਰਚੇ ਵਧਾ ਲਏ।
है ना। ਤੁਹਾਡੀਆਂ 4-5 ਥਾਂ ਮੋਟਰਾਂ ਆ, ਕਦੇ ਬਿਜਲੀ ਇੱਧਰ ਟ੍ਰਿਪ ਹੋ ਗਈ, ਕਦੇ ਇੱਧਰ ਹੋ ਗਈ, ਤੁਸੀਂ ਮੋਟਰਸਾਈਕਲ ਤੇ ਭੱਜ ਕੇ ਕਦੇ ਉਹ ਬਟਨ ਦੱਬਣ ਜਾਂਦੇ, ਕਦੇ ਉਹ ਜਾਂਦੇ ਆ, ਤਾਂ ਇਹ ਤੁਹਾਡੇ ਖਰਚੇ ਵੱਧ ਗਏ। ਤੁਸੀਂ ਉਹਨੂੰ ਮੈਨੇਜ ਤਾਂ ਕਰੋਗੇ, ਤੁਹਾਡੇ 4 ਥਾਂ ਭਈਏ ਲੱਗੇ ਆ, ਤੁਸੀਂ ਉਹਨਾਂ ਦਾ ਚਾਹ ਪਾਣੀ ਤਾਂ ਕਿਸੇ ਵਹੀਕਲ ਤੇ ਹੀ ਪਹੁੰਚਾਵੋਗੇ ਨਾ। ਹੁਣ ਜਿੰਨੀਆਂ ਕੋਈ ਸਮਾਂ ਸੀ ਸਾਡੇ ਸਾਂਝੇ ਟੱਬਰ ਸੀਗੇ, ਥੋੜ੍ਹੀ ਥੋੜ੍ਹੀ ਫਸਲ ਹੁੰਦੀ ਸੀ, ਅਸੀਂ ਆਪੇ ਹੀ ਸਾਂਭ ਲੈਂਦੇ ਸੀ। ਹੁਣ ਜਿੰਨੀ ਕੁ ਫਸਲ ਹੁੰਦੀ ਉਹਦੇ ਲਈ ਅਸੀਂ ਲੇਬਰ ਤਾਂ ਲਾਵਾਂਗੇ। ਸਾਡੇ ਵਾਲਾ ਦਿਸਦੀ ਆ ਲੇਬਰ, ਜਿਹੜੇ ਫੈਕਟਰੀਆਂ ਵਾਲੇ AC 'ਚ ਘਰ 'ਚ ਰਹਿੰਦੇ ਆ, AC ਗੱਡੀ 'ਚ ਆਉਂਦੇ, AC ਦਫ਼ਤਰ 'ਚ ਬਹਿ ਜਾਂਦੇ ਆ, ਅਤੇ ਉਹਨਾਂ ਕੋਲ 2-2 4-400 ਲੇਬਰ ਲੱਗੀ ਹੁੰਦੀ ਆ, ਉਹ ਸਾਨੂੰ ਦੀਦੀ ਨਹੀਂ। ਅਸੀਂ ਕਹਿੰਦੇ ਉਹ ਮੈਨੇਜਰ ਸਾਹਿਬ ਆ। ਅਤੇ ਜਿਹੜਾ ਜ਼ਿਮੀਂਦਾਰ ਕੋਈ ਮਾੜਾ ਮੋਟਾ ਨੱਠ ਭੱਜ ਕਰਦਾ ਉਹ ਵਿਹਲੜ ਆ। ਬਿਲਕੁਲ ਸਾਨੂੰ ਹੀ ਕਸੂਰਵਾਰ ਪਏ, ਤੁਹਾਡੇ ਕਰਕੇ ਹੀ ਤੁਹਾਡਾ ਵਿਹੜਾ ਬੈਠਾ। ਵਿਹੜਾ ਤਾਂ ਬਹੁਤ ਚਿਰ ਤੋਂ ਬਹਾਲ ਰਹੇ ਸੀ, ਜਿੱਦਣ ਗ੍ਰੀਨ ਰੈਵੋਲਿਊਸ਼ਨ ਇੱਥੇ ਲਿਆਂਦੀ ਸੀ ਉਦਣ ਤੋਂ ਨਹੀਂ ਸ਼ੁਰੂ ਕਰ ਲਿਆ ਸੀਗਾ। ਸਾਨੂੰ ਧੱਕੇ ਨਾਲ ਉਹ ਖਾਦਾਂ ਪਾਉਣ ਲਈ, ਆਪਾਂ ਨੂੰ ਸਾਰਿਆਂ ਨੂੰ ਪਤਾ, ਜਿਹੜੇ ਪੁਰਾਣੇ ਸੱਜਣੇ ਆ, ਵੀ ਵੀਡੀਓ ਕਹਿੰਦਾ ਹੁੰਦਾ ਸੀ ਇੰਨੀ, ਪੰਚਾਇਤ ਨੂੰ ਆਰਡਰ ਕਰਦੇ ਸੀ ਵੀ ਇੰਨੇ ਥੈਲੇ ਤੁਹਾਡੇ ਪਿੰਡ ਖਾਦ ਪੈਣੀ ਚਾਹੀਦੀ ਆ। ਆਪਾਂ ਨੂੰ ਦਵਾਈਆਂ ਤੇ ਉਹਨਾਂ ਨੇ ਲਾ ਲਿਆ। ਰੋਜ਼ ਸਾਡੇ ਕੋਲ ਪ੍ਰਚਾਰ ਕਰਦੇ ਸੀਗੇ। ਖੇਤੀ ਮਹਿਕਮੇ ਵਾਲੇ ਆ, ਉਹ ਵਿਹਲੇ ਬੈਠੇ ਸਾਰਾ ਦਿਨ ਆ ਕੇ ਸਿਰਫ ਇਹੀ ਦੱਸਦੇ ਆ, ਆਹ ਤੁਸੀਂ ਪੈਸਟੀਸਾਈਡ ਪਾਓ, ਆਹ ਵੀਡੀਸਾਈਡ ਪਾਓ, ਹੈ ਨਾ। ਬੜਾ ਭੋਲਾ ਸੀ ਜ਼ਿਮੀਂਦਾਰ, ਉਹ ਕਿਹੜਾ ਇੰਨਾ ਸਿਆਣਾ ਸੀ ਵੀ ਉਹਨੂੰ ਇਹ ਪਤਾ ਸੀ ਆਉਣ ਵਾਲੇ ਭਵਿੱਖ 'ਚ ਮੇਰਾ ਨੁਕਸਾਨ ਹੋ ਜਾਣਾ। ਇਹ ਸਾਰਾ ਕੁਛ ਤਾਣਾ ਬਾਣਾ ਐਸਾ ਬੁਣਿਆ ਗਿਆ ਵੀ ਸਾਡੇ ਗਲ ਪਾ ਦਿੱਤਾ। ਹੁਣ ਇਹਦਾ ਇੱਕੋ ਇੱਕ ਹੱਲ ਆ, ਅਸੀਂ ਵਾਰ-ਵਾਰ ਇੱਕ ਇੱਥੇ ਜ਼ਿਕਰ ਇਹ ਵੀ ਆਇਆ ਨਾ ਵੀ ਅਸੀਂ ਆਪਣੇ MLA ਬਣਾ ਲਈਏ, ਆਪਣੇ ਆਗੂ ਬਣਾ ਲਈਏ। ਮੈਂ ਪਿੰਡ ਦਾ ਸਰਪੰਚ, ਹੁਣ ਵੀ ਮੈਂ ਪੰਚਾਇਤ 'ਚ ਐਸੀ ਮਨ ਲਗਾਤਾਰ ਮੈਂ ਦੇਖਿਆ ਤੁਹਾਡੇ ਪੱਲੇ ਕੀ ਆ। ਸਰਪੰਚ ਸਾਹਿਬ ਇੱਥੇ ਬੈਠੇ ਆ, ਬੜੇ ਪੰਚਾਇਤਾਂ ਦੇ ਆਗੂ ਬੈਠੇ ਹੋਣਗੇ, ਸਿਰਫ 10,000 ਰੁਪਈਆ ਇੱਕ ਸਰਪੰਚ ਆਪ ਖਰਚ ਸਕਦਾ। 10,000 ਨਾਲ ਬਣਦਾ ਕੀ ਆ? ਤੇ ਉਦੋਂ ਵੱਧ 25,000 ਲੈਣਾ ਤਾਂ ਤੁਹਾਡਾ ਸੈਕਟਰੀ ਨਾਲ ਸਾਈਨ ਕਰਦਾ। ਸੈਕਟਰੀ ਤੁਹਾਡਾ ਮੁਲਾਜ਼ਮ ਆ, ਤੁਹਾਡੇ ਤੇ ਅਫਸਰ ਬਣਾ ਕੇ ਰੱਖਤਾ, ਜੇ ਉਹ ਸਾਈਨ ਨਹੀਂ ਕਰਦਾ ਲੈ ਕਢਾ ਲਓ ਪੈਸੇ। ਤੇ ਬਾਹਲੇ ਸਰਪੰਚ ਮੈਂ ਇੱਦਾਂ ਦੇ ਦੇਖਦਾ, ਜਾਂ ਸੈਕਟਰੀ ਆ ਜਾਂਦਾ ਉੱਠ ਕੇ ਖੜ ਜਾਂਦੇ, ਸੈਕਟਰੀ ਸਾਹਿਬ ਆ ਗਏ। ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂਗਾ ਵੀ ਸਾਡਾ ਮੁਲਾਜ਼ਮ ਆ। ਹੈ ਮੁਲਾਜ਼ਮ, ਪਰ ਸਰਕਾਰਾਂ ਨੇ ਸਿਸਟਮ ਐਸਾ ਬਣਾਤਾ ਵੀ ਉਹਦੇ ਸਾਈਨਾਂ ਬਿਨਾਂ ਤੁਸੀਂ ਪੈਸੇ ਹੀ ਨਹੀਂ ਕਢਾ ਸਕਦੇ। ਉਦੋਂ ਵੱਧ ਰਕਮ ਕਢਾਉਣੀ ਆ ਤਾਂ ਵੀਡੀਓ ਦੀ ਲੇਲੜੀ ਕੱਢੋ। ਪੈਂਚ ਜਾਊਗਾ ਵੀ ਮੇਰੀ ਗਲੀ ਬਣਾ ਦੇ ਸਰਪੰਚ ਕੋਲੇ, ਤੇ ਸਰਪੰਚ ਜਾਊਗਾ MLA ਕੋਲੇ, MLA ਜਾਊਗਾ ਤੁਹਾਡੇ ਫਾਈਨੈਂਸ ਮਿਨਿਸਟਰ ਪੰਜਾਬ ਕੋਲੇ, ਤੇ ਪੰਜਾਬ ਵਾਲਾ ਫਾਈਨੈਂਸ ਮਿਨਿਸਟਰ ਹਿੰਦੁਸਤਾਨ ਦੇ ਫਾਈਨੈਂਸ ਮਿਨਿਸਟਰ ਕੋਲੇ। ਤੇ ਪੱਲੇ ਆਪਣੇ ਕੀ ਆ? ਬਿਲਕੁਲ ਇਸ ਪਾਸੇ ਨਾ ਜਾਈਏ। ਜਿਹੜੇ ਸਾਡੇ ਬੱਚੇ ਸਾਡੇ ਨਾਲੋਂ ਟੁੱਟੇ ਆ, ਤਾਂ ਹੀ ਟੁੱਟੇ ਆ ਵੀ ਅਸੀਂ ਉਸ ਕਰਪਟ ਸਿਸਟਮ 'ਚ ਗਏ। ਮੇਰੇ ਵਰਗਾ ਪਿੰਡ 'ਚ ਚੌਧਰੀ ਬਣ ਗਿਆ, ਬਾਹਰ ਅਕਾਲੀ ਦਲ ਦਾ ਜਾਂ ਕਿਸੇ ਹੋਰ ਜਥੇਬੰਦੀ ਦਾ ਜਥੇਦਾਰ ਬਣ ਗਿਆ। ਨਿਆਣੇ ਸੋਚਦੇ ਆ ਵੀ ਬਾਪੂ ਵਰਗੇ ਹੀ ਕਰਪਟ ਸਾਰੇ ਆ। ਉਹ ਡਿਪਰੈਸ਼ਨ 'ਚ ਗਏ, ਉਹ ਨਸ਼ਿਆਂ 'ਚ ਗਏ ਆ, ਡਿਪਰੈਸ਼ਨ 'ਚ ਗਏ, ਉਹ ਗਲਤ ਪਾਸੇ ਲੱਗੇ ਆ। ਆਪਾਂ ਨੂੰ ਇੱਦਾਂ ਦੇ ਸਿਸਟਮ ਬਣਾਉਣੇ ਪੈਣੇ। ਅਸੀਂ ਆਪਣੇ ਨਵੇਂ ਸ਼ਹਿਰ 'ਚ ਪ੍ਰੈਕਟਿਸ ਸ਼ੁਰੂ ਕੀਤੀ ਆ, ਅਤੇ ਅੱਜ ਸਾਰੇ ਹੀ ਧਰਨਿਆਂ 'ਤੇ ਨਵੇਂ ਸ਼ਹਿਰ 'ਚ ਜਿੰਨੇ ਥਾਂ ਆ ਉੱਥੇ ਸਾਡੇ ਨੌਜਵਾਨ ਬੈਠੇ। ਬਿਲਕੁਲ ਨੌਜਵਾਨ ਲਏ ਅਸੀਂ, ਉਹ 'ਚ ਬੁੱਢੇ ਠੇਰੇ ਨਹੀਂ ਲਏ, ਕਿਉਂਕਿ ਬੁੱਢੇ ਠੇਰੇ ਇੱਕ ਲੀਹ 'ਚ ਆ ਗਏ ਆ। ਮੈਂ ਵੀ ਬੁੱਢਿਆਂ 'ਚੋਂ ਨਾ, ਗੁੱਸਾ ਨਾ ਕਰਿਓ। ਅਸੀਂ ਇੱਕ ਨਾ ਲਾਈਨ 'ਚ ਚੱਲ ਪਏ, ਹੁਣ ਅਸੀਂ ਉਹ ਤੋੜ ਨਹੀਂ ਸਕਦੇ। ਆਪਾਂ ਨੂੰ ਇਹ ਤੋੜਨੀ ਪੈਣੀ ਆ। ਸਾਨੂੰ ਇੱਕ ਪ੍ਰੈਸ਼ਰ ਗਰੁੱਪ ਬਣਾਉਣੇ ਪੈਣੇ ਆ, ਜਿਹੜੇ ਬਿਲਕੁਲ ਨੌਨ ਪੋਲੀਟੀਕਲ ਹੋਣ। ਅਕਾਲੀ ਫੂਲਾ ਸਿੰਘ ਕਦੇ ਵੀ ਕਿਸੇ ਸਰਕਾਰ 'ਚ ਨਹੀਂ ਆਏ ਸੀਗੇ। ਉਹਨਾਂ ਨੇ ਛੋਟਾ ਕੁਛ ਫੌਜ ਰੱਖੀ ਸੀਗੀ, ਅਤੇ ਸ਼ੇਰੇ ਪੰਜਾਬ ਰਣਜੀਤ ਸਿੰਘ ਨੂੰ ਉਹ ਮਨਾਉਂਦੇ ਸੀ ਵੀ ਆਹ ਗੱਲ ਮੰਨ। ਅਤੇ ਆਪਣੇ ਪਹਿਲਾਂ ਜਥੇਦਾਰ ਜੀ ਚੱਪੜ ਸਾਹਿਬ ਖੜ੍ਹੇ ਨੇ ਮੇਰੇ ਮਗਰ, ਇਹਨਾਂ ਨੂੰ ਪਤਾ ਹੈ ਵੀ ਆਪਣਾ ਜਥੇਦਾਰ ਹੁੰਦਾ ਸੀਗਾ, ਉਹ ਕੋਈ ਇਲੈਕਸ਼ਨ ਨਹੀਂ ਸੀ ਲੜਦਾ ਅਕਾਲੀ ਦਲ ਦਾ। ਅਕਾਲੀ ਦਲ ਹੌਲੀ ਹੌਲੀ ਕਰਪਟ ਹੋਇਆ, ਰਾਤੋਂ ਰਾਤ ਨਹੀਂ ਹੋ ਗਿਆ। ਉਹ ਜਥੇਦਾਰ ਕਦੇ ਇਲੈਕਸ਼ਨ ਨਹੀਂ ਸੀ ਲੜਦਾ। ਟਿਕਟ ਜਥੇਦਾਰ ਕੋਲ ਆਉਂਦੀ ਸੀ, MLA ਸਾਈਨ ਕਰਾਉਣੇ ਪੈਂਦੇ ਸੀ ਜਥੇਦਾਰ ਤੋਂ। ਫਾਰਮਲੀ ਤੌਰ 'ਤੇ ਹੁਣ ਵੀ ਨਹੀਂ ਇੱਦਾਂ ਹੀ ਰੱਖਿਆ ਵੀ ਜੇ ਤੁਸੀਂ MLA ਦੀ ਇਲੈਕਸ਼ਨ ਲੜਨੀ ਹੈ ਨਾ ਅਕਾਲੀ ਦਲ ਵੱਲੋਂ, ਜਥੇਦਾਰ ਤੋਂ ਸਾਈਨ ਕਰਾਉਣੇ ਪੈਂਦੇ। ਤੁਹਾਡੇ ਇਲਾਕੇ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੋਂ ਸਾਈਨ ਕਰਾਉਣੇ ਪੈਂਦੇ ਆ। ਪਰ ਹੌਲੀ ਹੌਲੀ ਸਾਰਾ ਕੁਛ ਇਹ ਗਲਤ ਹੋ ਗਿਆ। ਆਪਾਂ ਨੂੰ ਇੱਦਾਂ ਦੇ ਸਿਸਟਮ ਬਣਾਉਣੇ ਪੈਣਗੇ ਵੀ ਆਪਾਂ ਇੱਦਾਂ ਦੇ ਗਰੁੱਪ ਬਣਾਈਏ, ਅਤੇ ਨੌਜਵਾਨ ਫਿਰ ਆਉਂਦੇ ਆ। ਪਹਿਲਾਂ ਜਦੋਂ ਅਸੀਂ ਜਾਣ ਲੱਗੇ ਨਾ ਕਨਵਿੰਸ ਕਰਨ, ਇਹ ਵਿਚਾਰੇ ਆਉਂਦੇ ਹੀ ਨਹੀਂ ਸੀਗੇ। ਇਹਨਾਂ ਨੂੰ ਵੀ ਇਹ ਲੱਗਦਾ ਸੀ ਵੀ ਨਹੀਂ ਵੀ ਕੱਲ੍ਹ ਨੂੰ ਕੋਈ ਇਲੈਕਸ਼ਨ ਲੜਨੀ ਆ, ਅਤੇ ਸਾਡੇ ਕੋਲ ਕਈ ਆ ਕੇ ਪੁੱਛ ਹੀ ਲੈਂਦੇ ਸੀ ਜੀ ਫਿਰ ਤੁਸੀਂ ਸ਼੍ਰੋਮਣੀ ਕਮੇਟੀ ਲਈ ਤਿਆਰੀ ਕਰਦੇ ਆ ਵੀ ਸ਼ਾਇਦ ਇਹਨੀ ਰਾਜਨੀਤਿਕ ਨਹੀਂ ਲੜਨੀ, ਇਹਦੀ ਉੱਧਰ ਵੜਨਾ। ਹੁਣ ਜਦੋਂ ਉਹਨਾਂ ਨੂੰ ਯਕੀਨ ਹੋ ਜਾਂਦਾ ਵੀ ਨਹੀਂ ਇਸ ਜੱਪ 'ਚ ਹੀ ਨਹੀਂ ਆਉਣਾ, ਫਿਰ ਉਹ ਆਉਂਦੇ ਆ ਨਾਲ। ਅਤੇ ਐਸੀ ਆਪਾਂ ਗੱਲ ਨਾ ਸੋਚੀਏ ਵੀ ਨਹੀਂ ਆਉਣਾ। ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ
ਹੰਬਲਾ ਮਾਰਨਾ ਪੈਣਾ। ਤੇ ਇਦਾਂ ਦੇ ਗਰੁੱਪ ਬਣਾ ਕੇ ਆਹ ਜਿਹੜੇ ਮੋਰਚਿਆਂ 'ਚ ਵੀ ਆ ਇਹਨਾਂ 'ਚੋਂ ਵੀ ਬੜੇ ਭੱਜਣੇ ਆ। ਮੈਨੂੰ ਪਤਾ ਆ, ਅਸੀਂ ਇਲਾਕੇ 'ਚ ਸਾਰੇ ਘੁੰਮਦੇ ਦੇਖਦੇ ਆ। ਉਹ ਵਿਚਾਰੇ ਤਾਂ ਕੁਛ ਮੇਰੇ ਵਰਗੇ ਤਾਂ ਇੱਦਾਂ ਆਏ ਸੀਗੇ ਵੀ ਕੁਝ ਦਿਨਾਂ ਦੇ ਵਿੱਚ ਮਸਲਾ ਜਿਹਾ ਹੱਲ ਹੋ ਜਾਣਾ, ਤੇ ਚਾਰ ਕੁ ਗੱਲਾਂ ਜਿਹੀਆਂ ਕਰਕੇ ਕੋਈ MSP ਜੀ ਦਾ ਇੱਕ ਅੱਧਾ ਸਮਝੌਤਾ ਜਿਹਾ ਕਰਕੇ ਅਸੀਂ ਨਾ ਆਪਣੀ ਟੌਰ ਬਣਾ ਕੇ ਕਹਾਂਗੇ ਅਸੀਂ ਉਹਨੂੰ ਆਇਆ ਸੀ ਪਾ ਦਿਓ ਸਾਨੂੰ ਵੋਟ, ਤੇ ਇਹ ਕੰਮ ਲਟਕ ਗਿਆ। ਹੁਣ ਇਹਦੇ 'ਚੋਂ ਕਈ ਗੁਆਚਣੇ ਆ, ਤੇ ਜਿਹੜੇ ਰਹਿਣੇ ਆ ਆਪਾਂ ਉਹਨਾਂ 'ਤੇ ਵੀ ਪ੍ਰੈਸ਼ਰ ਬਣਾ ਕੇ ਰੱਖੀਏ ਤਾਂ ਕਿ ਆਪਣੇ ਫੈਸਲੇ ਅਸੀਂ ਆਪ ਕਰ ਸਕੀਏ। ਸਾਡੇ ਉੱਤੇ ਉਹਨਾਂ ਤੋਂ ਨਾ ਥੋਪੇ ਜਾਣ। ਜਿਹੜੇ ਉਹ ਆ ਉਹ ਤਾਂ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਆ ਵੀ ਅਸੀਂ ਆਪ ਬਣਾ ਕੇ ਭੇਜ ਦਈਏ, ਚੁਣੇ ਹੋਏ ਨੁਮਾਇੰਦਿਆਂ ਨੂੰ ਤਾਂ ਤੁਹਾਡੇ ਨੂੰ ਕੱਲ੍ਹ ਮਿਲੇ ਨਹੀਂ। ਮੁੱਖ ਮੰਤਰੀ ਤੋਂ ਬੜਾ ਤਾਂ ਅਸੀਂ ਆਪਣੇ ਪੁੱਤ ਨੂੰ ਕੁਛ ਨਹੀਂ ਬਣਾ ਸਕਦੇ। ਉਹ ਤਾਂ ਮੁੱਖ ਮੰਤਰੀ ਨੂੰ ਕਹਿੰਦੇ ਜਾ ਦਫਾ ਹੋ, ਵਿਚਾਰਾ ਉੱਥੇ ਕੱਲ੍ਹ ਸਾਰਾ ਦਿਨ ਧੁੱਪੇ ਮਰ ਕੇ ਆ ਗਿਆ। ਕਹਿੰਦੇ ਉਹ ਮਹਾਰਾਜਾ ਹੈ, ਕਦੇ ਵਿਚਾਰੇ ਨੂੰ ਧੁੱਪ ਤਾਂ ਦੇਖੀ ਵੀ ਨਹੀਂ ਹੋਣੀ ਜ਼ਿੰਦਗੀ 'ਚ। ਤੇ ਆਹ ਹਾਲਾਤ ਆ ਆਪਣੇ। ਇਸ ਕਰਕੇ ਆਪਾਂ ਇੱਦਾਂ ਦੇ ਪ੍ਰੈਸ਼ਰ ਗਰੁੱਪ ਬਣਾ ਕੇ ਤਕੜੇ ਹੋ ਕੇ ਇਸ ਪਾਸੇ ਡਟੇ ਰਹੀਏ। ਹਾਂ, ਇਹਦੇ ਫੈਸਲੇ ਆਪਾਂ ਨੂੰ ਜਦੋਂ ਮਿਲ ਗਏ ਫਿਰ ਉਹ ਤੋਂ ਬਾਅਦ ਆਪਾਂ ਪਲਾਨ ਕਰਾਂਗੇ ਵੀ ਅਸੀਂ ਇਹ ਕਿੱਦਾਂ ਜਿਣਸਾਂ ਵੇਚਣੀਆਂ, ਕਿੱਥੇ ਭੇਜਣੀਆਂ, ਕਿਵੇਂ ਇਹਦੇ ਵਪਾਰ ਕਰਨੇ ਆ। ਉਹ ਆਉਣ ਵਾਲੇ ਸਮੇਂ ਦੀਆਂ ਗੱਲਾਂ। ਜੇ ਕੋਈ ਗਲਤੀ ਹੋ ਗਈ ਹੋਵੇ ਉਹਦੇ ਲਈ ਖਿਮਾ ਚਾਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।